ਕਿ ਜਿਹੜਾ ਇਹ ਅਨਾਉਂਸ ਕੀਤਾ ਗਿਆ 18 ਸਾਲ ਤੋਂ ਵੱਡੀ ਉਮਰ ਦੇ ਕਿਸੇ ਵੀ ਬੰਦੇ ਕੋਲ ਜਿਹੜੇ ਨਸ਼ੇ ਯੂਜ਼ ਕਰਦਾ ਇੱਕ ਸਰਟਨ ਮਿਕਦਾਰ 'ਚ ਜੇ ਨਸ਼ਾ ਮਿਲਦਾ ਤਾਂ ਉਸ ਨੂੰ ਕ੍ਰਿਮੀਨਲੀ ਚਾਰਜ ਨਹੀਂ ਕੀਤਾ ਜਾਏਗਾ, ਉਹਦੇ ਖਿਲਾਫ ਚਾਰਜਸ ਨਹੀਂ ਲੱਗਣਗੇ। ਸੋ ਬੇਸਿਕਲੀ ਆਈਡੀਆ ਪਿੱਛੇ ਇਹਦੇ ਇਹ ਹੈ ਕਿ ਜਿਹੜਾ ਕੋਈ ਬੰਦਾ ਨਸ਼ੇ ਕਰ ਰਿਹਾ, ਜਿਹੜਾ ਬੰਦਾ ਐਡਿਕਟਡ ਹੈ, ਉਹ ਕ੍ਰਿਮੀਨਲ ਨਹੀਂ ਹੈ, ਉਹ ਸਿੱਕ ਹੈ, ਉਹ ਪੀੜਤ ਹੈ, ਉਹ ਮੈਂਟਲ, ਉਹ ਹੈਲਥ ਦਾ ਇਸ਼ੂ ਹੈ, ਨਾ ਕਿ ਕ੍ਰਾਈਮ ਦਾ ਇਸ਼ੂ। ਕਿਉਂਕਿ ਸਵਾਲ ਇੱਕ ਓਬਵੀਅਸ ਸਵਾਲ ਇਹ ਹੋ ਸਕਦਾ ਕਿ ਜਿਨ੍ਹਾਂ ਬੰਦਿਆਂ ਕੋਲੇ ਨਸ਼ਾ ਤੁਸੀਂ ਫੜਦੇ ਹੋ ਉਹ ਆ ਕਿੱਥੋਂ ਰਿਹਾ। ਕਿਉਂਕਿ ਦੇਖੋ ਨਾ ਸ਼ਮੀਲ ਜੀ, ਬਹੁਤ ਜ਼ਰੂਰੀ ਹੈ ਜਿਹੜਾ ਬਿਮਾਰ ਹੈ ਪਹਿਲਾਂ ਹਸਪਤਾਲ ਤੱਕ ਪਹੁੰਚੇ, ਫਿਰ ਹੀ ਉਹਦਾ ਇਲਾਜ ਹੋ ਸਕਦਾ ਹੈ। ਹੁਣ ਤੱਕ ਦੇ ਸਿਸਟਮ 'ਚ ਕੀ ਸੀਗਾ ਕਿ ਜੇ ਕੋਈ ਇਨਸਾਨ ਨਸ਼ੇ ਦਾ ਆਦੀ ਹੈ, ਉਹ ਪੁਲਿਸ ਦੇ ਕੋਲੇ ਜਾਂ ਡਾਕਟਰ ਦੇ ਕੋਲੇ ਜਾਣੋਂ ਪਹਿਲਾਂ ਇਸੇ ਗੱਲੋਂ ਡਰਦਾ ਸੀ ਕਿ ਜੇ ਮੈਂ ਗਿਆ, ਮੇਰੀ ਚੈਕਿੰਗ ਹੋਈ ਜਾਂ ਮੇਰੇ ਕਿਸੇ ਘਰ ਦੀ ਚੈਕਿੰਗ ਹੋਈ, ਮੈਨੂੰ ਜੇਲ੍ਹ ਕਰ ਦੇਣਗੇ, ਮੈਂ ਫਸ ਜਾਊਂਗਾ, ਮੇਰੇ ਤੇ ਕੇਸ ਹੋਊਗਾ, ਮੇਰੇ ਤੇ ਚਾਰजेस ਲੱਗਣਗੇ। ਉਹਨਾਂ ਨੇ ਪਹਿਲੀ ਉਹ ਪਰਤ ਹਟਾਈ ਹੈ ਕਿ ਜਿਹੜੇ ਲੋਕ ਡਰੱਗ ਵੇਚਣ ਦਾ ਧੰਦਾ ਕਰਦੇ ਨੇ ਜੀ, ਉਹ ਬੜਾ ਵੱਡਾ ਬਿਲੀਅਨ ਆਫ ਡਾਲਰ ਦਾ ਕਾਰੋਬਾਰ ਹੈ। ਬਿਲਕੁਲ। ਉਹ ਵੀ ਆਪਣੇ ਬਿਜ਼ਨਸ ਨੂੰ ਚੱਲਦਾ ਰੱਖਣ ਲਈ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਨਵੇਂ-ਨਵੇਂ ਲੋਕਾਂ ਨੂੰ ਇਹਦੀ ਲਪੇਟ 'ਚ ਲੈ ਕੇ ਆਉਂਦੇ ਜੀ। ਹੁਣ ਉਹਨਾਂ ਨੂੰ ਕਿਵੇਂ ਰੋਕਣਾ? ਸੋਸ਼ਲ ਮੀਡੀਆ ਤੇ ਅੱਜ ਇਹ ਚਰਚਾ ਚੱਲ ਰਹੀ ਹੈ ਕਿ ਕੀ ਕੈਨੇਡਾ ਵਿੱਚ ਨਸ਼ਿਆਂ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਇਹ ਖਬਰ ਕਿੱਥੋਂ ਆਈ ਅਤੇ ਕਿੱਥੋਂ ਪੈਦਾ ਹੋਈ ਤੇ ਇਹਦੇ ਪਿੱਛੇ ਹਕੀਕਤ ਕੀ ਹੈ, ਉਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਜੋ ਕਿ ਕੈਨੇਡਾ ਦਾ ਇੱਕ ਸੂਬਾ ਹੈ, ਉਹਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਤਜਰਬੇ ਦੇ ਤੌਰ ਤੇ, ਐਕਸਪੈਰੀਮੈਂਟ ਦੇ ਤੌਰ ਤੇ। ਤਜਰਬਾ ਇਹ ਹੈ ਕਿ ਨਸ਼ੀਲੇ ਪਦਾਰਥ ਇਸਤੇਮਾਲ ਕਰਨ ਵਾਲਾ ਕੋਈ ਵੀ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ, ਜੇਕਰ ਉਹਦੀ ਕਸਟਡੀ ਦੇ ਵਿੱਚੋਂ ਉਹਦੇ ਕੋਲੋਂ 2.5 ਗ੍ਰਾਮ ਤੱਕ ਕੁਝ ਨਿਰਧਾਰਿਤ ਨਸ਼ੇ ਉਹਨਾਂ ਨੇ ਇਨਲਿਸਟ ਕੀਤੇ ਆ, ਜੇ ਉਹ 2.5 ਗ੍ਰਾਮ ਦੀ ਮਾਤਰਾ ਤੱਕ ਉਸ ਵਿਅਕਤੀ ਕੋਲੋਂ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਉਸ ਵਿਅਕਤੀ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਿਮੀਨਲ ਚਾਰਜ ਨਹੀਂ ਲੱਗੇਗਾ, ਉਹਨੂੰ ਅਪਰਾਧੀ ਨਹੀਂ ਮੰਨਿਆ ਜਾਏਗਾ। ਉਹਨੂੰ ਇਸ ਤਰੀਕੇ ਨਾਲ ਲਿਆ ਜਾਏਗਾ ਕਿ ਇਸ ਇਨਸਾਨ ਨੂੰ ਮਦਦ ਦੀ ਲੋੜ ਹੈ, ਇਸ ਇਨਸਾਨ ਨੂੰ ਸਹਾਇਤਾ ਦੀ ਲੋੜ ਹੈ। ਦੂਸਰੀ ਗੱਲ, ਜੋ ਵੀ ਪਦਾਰਥ ਉਹਦੇ ਕੋਲੇ ਮਿਲੇਗਾ ਉਹ ਪਦਾਰਥ ਉਹਦੇ ਕੋਲ ਹੀ ਰਹਿਣ ਦਿੱਤਾ ਜਾਏਗਾ, ਉਹ ਜ਼ਬਤ ਨਹੀਂ ਕੀਤਾ ਜਾਏਗਾ। ਪਰ ਹੁਣ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਭਰਮ ਭੁਲੇਖੇ ਸਿਰਜੇ ਜਾ ਰਹੇ ਆ, ਬੜੀਆਂ ਸਾਰੀਆਂ ਅਫਵਾਹਾਂ ਫੈਲ ਰਹੀਆਂ ਜਿਨ੍ਹਾਂ ਦੇ ਬਾਰੇ 'ਚ ਕਲੈਰਿਟੀ ਦੀ ਲੋੜ ਹੈ, ਜਿਨ੍ਹਾਂ ਦੇ ਬਾਰੇ 'ਚ ਸੱਚਾਈ ਜਾਣਨ ਦੀ ਲੋੜ ਹੈ ਤੇ ਅੰਦਰ ਤੱਕ ਦੇਖਣ ਦੀ ਲੋੜ ਹੈ। ਜਤਿੰਦਰ ਜੀ, ਜਿਹੜੀ ਇਹ ਖਬਰ ਹੈ ਕਾਫੀ ਇੰਪੋਰਟੈਂਟ ਡਿਵੈਲਪਮੈਂਟ ਹੈ, ਖਾਸ ਕਰਕੇ ਜਦੋਂ ਨਸ਼ਿਆਂ ਦਾ ਮਸਲਾ ਇੰਨਾ ਗੰਭੀਰ ਹੋ ਗਿਆ। ਸਮੁੱਚੇ ਤੌਰ ਤੇ ਕੈਨੇਡੀਅਨ ਸਮਾਜ 'ਚ ਵੀ ਅਤੇ ਸਾਡੀ ਪੰਜਾਬੀ ਕਮਿਊਨਿਟੀ 'ਚ ਵੀ ਬੜਾ ਇਹ ਚਿੰਤਾ ਦਾ ਵਿਸ਼ਾ ਹੈ। ਬਿਲਕੁਲ ਜੀ। ਤੇ ਇਸ ਨੂੰ ਲੈ ਕੇ ਕੁਦਰਤੀ ਹੈ ਕਿ ਚਰਚਾ ਚੱਲ ਰਹੀ ਹੈ। ਚਰਚਾ ਇਹ ਵੀ ਹੈ ਕਿ ਇਹ ਤੇ ਹਾਲੇ ਬ੍ਰਿਟਿਸ਼ ਕੋਲੰਬੀਆ ਦੇ 'ਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਬਿਲਕੁਲ। ਤੇ ਹੋ ਸਕਦਾ ਹੈ ਕਿ ਇਸ ਨੂੰ ਹੋਰ ਦੂਜੇ ਸੂਬਿਆਂ 'ਚ ਵੀ ਲਾਗੂ ਕੀਤਾ ਜਾ ਸਕੇ, ਕਿਉਂਕਿ ਕੈਨੇਡਾ ਕੋਈ ਪਹਿਲਾ ਮੁਲਕ ਨਹੀਂ ਹੈ ਜਿਹਦੇ 'ਚ ਇਸ ਤਰ੍ਹਾਂ ਦਾ ਇਹ ਕਦਮ ਉਠਾਇਆ ਗਿਆ ਜੀ। ਇਹਨੂੰ ਪਹਿਲਾਂ 3 ਸਾਲ ਤੱਕ ਸਰਕਾਰ ਨੇ ਇੰਪਲੀਮੈਂਟ ਕਰਕੇ ਵੇਖਣਾ। ਕੱਲ 31 ਜਨਵਰੀ 2023 ਤੋਂ ਇਹ ਸ਼ੁਰੂ ਹੋਇਆ ਤੇ ਇਹਨੂੰ 31 ਜਨਵਰੀ 2026 ਤੱਕ ਚਲਾ ਕੇ ਮੋਨੀਟਰ ਕੀਤਾ ਜਾਣਾ ਤੇ ਇਹ ਫੈਡਰਲ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਚਲਾਇਆ ਜਾ ਰਿਹਾ ਹੈ। ਇਹਦੇ ਵਿੱਚ ਬਹੁਤ ਸਾਰੀਆਂ ਏਜੰਸੀਜ਼, RCMP ਨੇ ਆਪਣੇ ਇਨਪੁਟਸ ਦਿੱਤੇ ਆ, ਮੈਂਟਲ ਹੈਲਥ ਮਿਨਿਸਟਰੀ ਨੇ ਆਪਣੇ ਇਨਪੁਟਸ ਦਿੱਤੇ ਆ ਤੇ ਬਾਕੀ ਜਿਹੜੀਆਂ ਹੈਲਥ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਵੀ ਇਨਪੁਟਸ ਇਹਦੇ ਵਿੱਚ ਸ਼ਾਮਲ ਹੈ। ਹੁਣ ਬਾਕੀ ਸਾਰਾ ਕੈਨੇਡਾ, ਬਾਕੀ ਸਾਰੇ ਪ੍ਰੋਵਿੰਸ ਇਨਕਲੂਡਿੰਗ ਓਨਟਾਰੀਓ, ਉਹ ਹੁਣ ਬ੍ਰਿਟਿਸ਼ ਕੋਲੰਬੀਆ ਵੱਲ ਦੇਖਣਗੇ, ਉਹਨਾਂ ਦੇ ਨਤੀਜੇ ਵੇਖਣਗੇ, ਉਹਦੇ ਕੀ ਆਊਟਪੁੱਟ ਨਿਕਲਦੀ ਹੈ, ਇਹਦੇ ਚੋਂ ਕੀ ਉਹਨਾਂ ਨੂੰ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਸਮਾਜਿਕ ਤੌਰ ਤੇ, ਇਨਫਰਾਸਟ੍ਰਕਚਰ ਲੈਵਲ ਤੇ, ਲੋਕਾਂ ਦੇ ਜਿਹੜੇ ਪੀੜਤ ਹੈ ਉਹਨਾਂ ਦੇ ਲੈਵਲ ਤੇ ਇਹਦੇ ਕੀ ਨਤੀਜੇ ਨਿਕਲਦੇ ਆ। ਇਹ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਬਿਲਕੁਲ। ਜਤਿੰਦਰ ਜੀ, ਥੋੜਾ ਜਿਹਾ ਪਹਿਲਾਂ ਤਾਂ ਇਹਦੀਆਂ ਡੀਟੇਲਸ ਡਿਸਕਸ ਕਰ ਲਈਏ ਕਿ ਜਿਹੜਾ ਇਹ ਅਨਾਉਂਸ ਕੀਤਾ ਗਿਆ 18 ਸਾਲ ਤੋਂ ਵੱਡੀ ਉਮਰ ਦੇ ਕਿਸੇ ਵੀ ਬੰਦੇ ਕੋਲ ਜਿਹੜੇ ਨਸ਼ੇ ਯੂਜ਼ ਕਰਦਾ, ਇੱਕ ਸਰਟਨ ਮਿਕਦਾਰ 'ਚ ਜੇ ਨਸ਼ਾ ਮਿਲਦਾ ਤਾਂ ਉਸ ਨੂੰ ਕ੍ਰਿਮੀਨਲੀ ਚਾਰਜ ਨਹੀਂ ਕੀਤਾ ਜਾਏਗਾ, ਉਹਦੇ ਖਿਲਾਫ ਚਾਰजेस ਨਹੀਂ ਲੱਗਣਗੇ। ਬਿਲਕੁਲ। ਤੇ ਇਹਦੇ 'ਚ ਕੁਝ ਨਸ਼ਿਆਂ ਦੀ ਜਿਹੜੇ ਨਸ਼ੇ, ਕਿਹੜੇ ਨਸ਼ੇ ਹੋਣਗੇ ਉਹਨਾਂ ਦੀ ਡਿਟੇਲ ਵੀ ਦਿੱਤੀ ਗਈ ਹੈ ਜੀ। ਇਹਦੇ ਵਿੱਚ ਉਹਨਾਂ ਨੇ ਇੱਕ ਤਾਂ ਦਿੱਤਾ ਹੈ ਜੀ ਹੈਰੋਇਨ ਤੇ ਫੈਂਟਾਨਿਲ, ਉਸ ਤੋਂ ਇਲਾਵਾ ਕ੍ਰੈਕਡ ਐਂਡ ਪਾਊਡਰ ਕੋਕੀਨ, ਮੈਥਮਫੈਟਾਮਿਨ ਤੇ MDMA, ਜਿਹਨੂੰ ਕਲੱਬ ਦੀ ਭਾਸ਼ਾ ਦੇ ਵਿੱਚ ਐਕਸਟੇਸੀ ਵੀ ਕਹਿ ਦਿੰਦੇ ਆ। ਇਹ ਨਸ਼ੇ ਜੋ ਹੈਗੇ ਆ ਉਹ ਖਬਰਾਂ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲੇ ਆ। ਇਹਨਾਂ ਦੀ ਕੁੱਲ ਮਿਲਾ ਕੇ ਜਿਹੜੀ ਮਾਤਰਾ ਹੈਗੀ ਆ 2.5 ਗ੍ਰਾਮ, 2.5 ਗ੍ਰਾਮ ਸਾਰਿਆਂ ਦੀ ਨਹੀਂ ਸਮਝ ਲੈਣੀ, ਕੁੱਲ ਮਿਲਾ ਕੇ 2.5 ਗ੍ਰਾਮ ਇਹਨਾਂ ਦਾ ਕੰਬੀਨੇਸ਼ਨ ਹੋ ਸਕਦਾ ਜਾਂ ਕੋਈ ਇੱਕ ਪਦਾਰਥ ਹੋ ਸਕਦਾ। ਉਹ ਜੇ ਕਿਸੇ ਦੀ ਪੋਜੈਸ਼ਨ ਦੇ ਵਿੱਚ ਹੈਗਾ, ਪ੍ਰੋਵਾਈਡਡ ਉਹ ਉਹਦੇ ਪਰਸਨਲ ਯੂਜ਼ ਲਈ ਹੋਵੇ,
ਉਹ ਬੰਦਾ ਇਹਦੇ ਤੋਂ ਪੀੜਤ ਹੋਵੇ, ਉਹ ਇਹਦਾ ਇਸਤੇਮਾਲ ਕਰਦਾ ਹੋਵੇ, ਇਹ ਨਹੀਂ ਕਿ ਕੋਈ ਵੀ ਉਹਨੂੰ ਲੈ ਕੇ ਘੁੰਮ ਰਿਹਾ। ਤੇ ਦੂਸਰਾ 18 ਸਾਲ ਤੋਂ ਉਹਦੀ ਉਮਰ ਉੱਪਰ ਹੋਣੀ ਚਾਹੀਦੀ ਹੈ, ਤਾਂ ਉਹਦੇ ਉੱਪਰ ਕ੍ਰਿਮੀਨਲ ਚਾਰजेस ਨਹੀਂ ਲਗਾਏ ਜਾਣਗੇ ਤੇ ਉਹਦਾ ਜੋ ਉਹ ਪਦਾਰਥ ਹੈਗਾ ਉਹ ਜ਼ਬਤ ਨਹੀਂ ਕੀਤਾ ਜਾਏਗਾ। ਤੇ ਜਤਿੰਦਰ ਜੀ, ਹੁਣ ਕੁਦਰਤੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਐਲਾਨ ਹੋਇਆ ਤੇ ਨਾਲ ਇਹਦੇ ਜੁੜੇ ਹੋਏ ਸਵਾਲ ਵੀ ਬਹੁਤ ਸਾਰੇ ਹੋਣਗੇ। ਸਭ ਤੋਂ ਇੰਪੋਰਟੈਂਟ ਹੀ ਇਹ ਹੈ ਜੀ ਕਿ ਹੁਣ ਬਹੁਤ ਤਰ੍ਹਾਂ ਦੇ ਸਵਾਲ, ਬਹੁਤ ਤਰ੍ਹਾਂ ਦੀਆਂ ਅਫਵਾਹਾਂ ਬਾਜ਼ਾਰ ਦੇ ਵਿੱਚ ਆ ਗਈਆਂ, ਖਾਸ ਕਰ ਸੋਸ਼ਲ ਮੀਡੀਆ ਦੇ ਉੱਪਰ। ਪਹਿਲਾਂ ਤਾਂ ਥੋੜਾ ਜਿਹਾ ਮੇਰੇ ਖਿਆਲ ਹੈ ਇਸ ਗੱਲ ਨੂੰ ਵੀ ਥੋੜਾ ਜਿਹਾ ਕਲੀਅਰ ਕਰਨ ਦੀ ਲੋੜ ਹੈ ਕਿ ਡੀਕ੍ਰਿਮੀਨਲਾਈਜ਼ ਕਰਨ ਦਾ ਮਤਲਬ ਕੀ ਹੈ। ਡੀਕ੍ਰਿਮੀਨਲਾਈਜ਼ ਕਰਨਾ ਤੇ ਲੀਗਲਾਈਜ਼ ਕਰਨਾ, ਦੋ ਟਰਮਸ ਇਹਦੇ ਵਾਸਤੇ ਯੂਜ਼ ਕੀਤੀਆਂ ਜਾਂਦੀਆਂ। ਕੈਨੇਡਾ 'ਚ ਪਹਿਲਾਂ ਜਿਵੇਂ ਮੈਰੀਜੁਆਨਾ ਨੂੰ ਲੀਗਲਾਈਜ਼ ਕੀਤਾ ਗਿਆ, ਉਦੋਂ ਤੋਂ ਇਹ ਗੱਲ ਉੱਠ ਰਹੀ ਹੈ ਕਿ ਨਸ਼ਿਆਂ ਨੂੰ ਡੀਕ੍ਰਿਮੀਨਲਾਈਜ਼ ਕੀਤਾ ਜਾਏ। ਜਗਮੀਤ ਸਿੰਘ ਹੋਰਾਂ ਨੇ ਕਾਫੀ ਵਾਰ ਮੁੱਦਾ ਇਹ ਉਠਾਇਆ। ਸੋ ਬੇਸਿਕਲੀ ਆਈਡੀਆ ਪਿੱਛੇ ਇਹਦੇ ਇਹ ਹੈ ਕਿ ਜਿਹੜਾ ਕੋਈ ਬੰਦਾ ਨਸ਼ੇ ਕਰ ਰਿਹਾ, ਜਿਹੜਾ ਬੰਦਾ ਐਡਿਕਟਡ ਹੈ, ਉਹ ਕ੍ਰਿਮੀਨਲ ਨਹੀਂ ਹੈ, ਉਹ ਸਿੱਕ ਹੈ, ਉਹ ਪੀੜਤ ਹੈ, ਉਹ ਮੈਂਟਲ, ਉਹ ਹੈਲਥ ਦਾ ਇਸ਼ੂ ਹੈ, ਨਾ ਕਿ ਕ੍ਰਾਈਮ ਦਾ ਇਸ਼ੂ। ਉਹ ਜਿਹੜਾ ਇਹੋ ਜਿਹਾ ਇਸ਼ੂ ਨਹੀਂ ਹੈ ਕਿ ਉਹਨੂੰ ਪੁਲਿਸ ਜਾਂ ਅਦਾਲਤਾਂ ਡੀਲ ਕਰਨ, ਉਹ ਇਸ ਤਰ੍ਹਾਂ ਦਾ ਇਸ਼ੂ ਹੈ ਜਿਹਨੂੰ ਹਸਪੀਟਲਸ ਨੂੰ ਡੀਲ ਕਰਨਾ ਚਾਹੀਦਾ, ਜਿਹਨੂੰ ਮੈਂਟਲ ਟ੍ਰੀਟਮੈਂਟ ਦੀ ਲੋੜ ਹੈ। ਇਸ ਕਰਕੇ ਉਹਨੂੰ ਕ੍ਰਾਈਮ ਨਹੀਂ ਹੁਣ ਗਿਣਿਆ ਗਿਆ। ਸੋ ਬੇਸਿਕ ਆਈਡੀਆ ਤੇ ਹੈ ਕਿ ਨਸ਼ੇ ਰੱਖਣਾ ਜਾਂ ਨਸ਼ੇ ਵਰਤਣਾ ਕ੍ਰਾਈਮ ਨਹੀਂ ਹੈ। ਪਰ ਦੂਸਰਾ ਇੱਕ ਇਹ ਵੀ ਹੈ ਜੀ ਕਿ ਲੀਗਲਾਈਜ਼ ਕਰਨ ਦਾ ਮਤਲਬ ਆਈ ਥਿੰਕ ਇਹ ਹੈ ਕਿ ਜਦੋਂ ਮਾਰਕੀਟ ਦੇ ਵਿੱਚ ਜਿਵੇਂ ਮੈਰੀਜੁਆਨਾ ਦੀਆਂ ਦੁਕਾਨਾਂ ਖੁੱਲੀਆਂ, ਲੇਕਿਨ ਇਹਨੂੰ ਡੀਕ੍ਰਿਮੀਨਲਾਈਜ਼ ਕੀਤਾ, ਲੀਗਲਾਈਜ਼ ਨਹੀਂ ਕੀਤਾ। ਮੈਨੂੰ ਇਹ ਲੱਗਦਾ ਕਿ ਇਹਨਾਂ ਦੀਆਂ ਦੁਕਾਨਾਂ ਨਹੀਂ ਖੁੱਲਣਗੀਆਂ, ਲੇਕਿਨ ਹਾਂ ਜੇ ਇਹ ਪਦਾਰਥ ਕਿਸੇ ਕੋਲੋਂ ਮਿਲਦਾ ਤਾਂ ਉਹਨੂੰ ਅਪਰਾਧੀ ਨਹੀਂ ਮੰਨਿਆ ਜਾਊਗਾ। ਉਹ ਪਦਾਰਥ ਕਿੱਥੋਂ ਆਇਆ, ਇਹ ਹਜੇ ਵੀ ਇੱਕ ਸਵਾਲ ਖੜਾ ਹੈ। ਇਹਨੂੰ ਇਸ ਤਰ੍ਹਾਂ ਵੀ ਦੇਖ ਸਕਦੇ ਨਾ ਕਿ ਜਿਹੜਾ ਡੀਕ੍ਰਿਮੀਨਲਾਈਜ਼ ਕਰਨਾ ਇਹ ਹੈਗਾ ਯੂਜ਼ਰ ਦੇ ਪੱਖ ਤੋਂ, ਬਿਲਕੁਲ, ਜਿਹੜੇ ਲੈਂਦੇ ਨੇ। ਜਿਹੜਾ ਲੀਗਲਾਈਜ਼ ਕਰਨਾ ਉਹ ਵੇਚਣ ਵਾਲਿਆਂ ਦੇ ਪੱਖ ਤੋਂ ਹੈ। ਸੋ ਜਿਹੜਾ ਲੀਗਲਾਈਜ਼ ਕਰਨ ਦਾ ਮਤਲਬ ਹੈ ਕਿ ਤੁਸੀਂ ਇੱਕ ਲੀਗਲ ਫਰੇਮਵਰਕ ਬਣਾ ਦਿੱਤਾ। ਜਿਹੜੇ ਲੋਕ ਕੋਈ ਨਸ਼ਾ ਵੇਚਣਾ ਚਾਹੁੰਦੇ ਨੇ, ਉਹ ਉਹਦੀਆਂ ਕੀ ਗਾਈਡਲਾਈਨਸ ਨੇ, ਉਹਨੂੰ ਮੋਨੀਟਰ ਕੌਣ ਕਰੇਗਾ, ਉਹਦੇ ਹੋਰ ਜਿਹੜੀਆਂ ਰੂਲਸ ਨੇ ਉਹ ਕੀ ਹੋਣਗੇ, ਉਹ ਡਿਫਾਈਨ ਕੀਤੇ ਨੇ, ਜਿਵੇਂ ਮੈਰੀਜੁਆਨਾ 'ਚ ਕੀਤੇ ਨੇ। ਪਰ ਮੇਰਾ ਇਹ ਮੰਨਣਾ ਕਿ ਜਦੋਂ ਤੁਸੀਂ ਡੀਕ੍ਰਿਮੀਨਲਾਈਜ਼ ਕੀਤਾ ਤਾਂ ਨਾਲੋਂ ਨਾਲ ਤੁਹਾਨੂੰ ਕੋਈ ਫਰੇਮਵਰਕ ਨਸ਼ਿਆਂ ਨੂੰ ਲੀਗਲਾਈਜ਼ ਕਰਨ ਦਾ ਵੀ ਲਾਉਣਾ ਪਏਗਾ, ਕਿਉਂਕਿ ਸਵਾਲ, ਇੱਕ ਓਬਵੀਅਸ ਸਵਾਲ ਇਹ ਹੋ ਸਕਦਾ ਕਿ ਜਿਨ੍ਹਾਂ ਬੰਦਿਆਂ ਕੋਲੇ ਨਸ਼ਾ ਤੁਸੀਂ ਫੜਦੇ ਹੋ ਉਹ ਆ ਕਿੱਥੋਂ ਰਿਹਾ। ਹੁਣ ਪਹਿਲਾਂ ਤਾਂ ਇੱਕ ਜਿਹੜੀ ਅਫਵਾਹ ਜਿਹੜੀ ਚੱਲ ਰਹੀ ਹੈ ਜੀ ਕਿ ਨਸ਼ਿਆਂ ਦੀ ਖੁੱਲ੍ਹ ਹੋ ਗਈ ਕੈਨੇਡਾ ਦੇ ਵਿੱਚ, ਉਹਦਾ ਇੱਕ ਸਵਾਲ ਤਾਂ ਜਵਾਬ ਤਾਂ ਮੇਰੇ ਖਿਆਲ 'ਚ ਆਪਣੀ ਇੰਨੀ ਗੱਲਬਾਤ ਦੇ ਵਿੱਚ ਇਹ ਨਿਕਲ ਕੇ ਆਉਂਦਾ ਹੈ ਬਈ ਹਲੇ ਯੂਜ਼ਰ ਦੇ ਪੱਖ ਤੋਂ ਗੱਲ ਹੋਈ ਹੈ ਕਿ ਜੇ ਤੁਹਾਡੇ ਕੋਲੇ ਉਹ ਹੈ, ਤੁਸੀਂ ਕ੍ਰਿਮੀਨਲ ਨਹੀਂ ਹੋ, ਲੇਕਿਨ ਉਹ ਕਿੱਥੋਂ ਆ ਰਿਹਾ ਹੈ, ਇਹਦੇ ਬਾਰੇ 'ਚ ਗਵਰਨਮੈਂਟ ਨੇ, ਜੋ ਮੈਂ ਪੜ੍ਹਿਆ ਰਿਪੋਰਟ ਦੇ ਵਿੱਚ, ਉਹ ਇਹ ਲਿਖਿਆ ਹੋਇਆ ਹੈ ਕਿ ਇਹ ਨਸ਼ੇ ਦਾ ਪ੍ਰੋਡਕਸ਼ਨ, ਇਹਦੀ ਵਿਕਰੀ, ਇਹਨੂੰ ਵੇਚਣਾ, ਇੰਪੋਰਟ ਕਰਨਾ, ਐਕਸਪੋਰਟ ਕਰਨਾ, ਇਹ ਸਾਰੀਆਂ ਚੀਜ਼ਾਂ ਹਲੇ ਵੀ ਇਲੀਗਲ ਰਹਿਣਗੀਆਂ। ਮਤਲਬ ਨਸ਼ੇ ਵੇਚਣਾ ਹਲੇ ਵੀ ਕੈਨੇਡਾ ਦੇ ਵਿੱਚ ਇਲੀਗਲ ਹੈ, ਓਪਨ ਨਹੀਂ ਹੈ। ਪਹਿਲਾਂ ਉਹ ਕੰਜ਼ਿਊਮਰ ਖਤਮ ਕਰਨਾ ਚਾਹੁੰਦੇ ਆ, ਪਹਿਲਾਂ ਉਹ ਕੰਜ਼ੰਪਸ਼ਨ ਖਤਮ ਕਰਨਾ ਚਾਹੁੰਦੇ ਆ, ਉਹਦੇ ਨਾਲ ਸ਼ਾਇਦ ਸਪਲਾਈ ਚੇਨ ਦੇ ਉੱਪਰ ਸੱਟ ਮਾਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਇਹ ਹੁਣੇ ਪਤਾ ਨਹੀਂ ਹੈ ਮਤਲਬ ਕੀ ਹੋਏਗਾ, ਕਿਉਂਕਿ ਜਿਹੜੇ ਬੰਦਿਆਂ ਕੋਲ ਨਸ਼ਾ ਪਕੜਿਆ ਗਿਆ ਉਹਨਾਂ ਨੂੰ ਤੁਸੀਂ ਕ੍ਰਿਮੀਨਲੀ ਚਾਰਜ ਤੇ ਨਹੀਂ ਕੀਤਾ, ਫਿਰ ਤੁਸੀਂ ਕੀ ਕੀਤਾ ਉਹਨਾਂ ਦਾ? ਪਰ ਉਹ ਸਪੈਸੀਫਿਕ ਮਾਤਰਾ ਤੱਕ ਹੈ ਜੀ। ਜੇ ਉਹ ਇੱਕ ਵੱਡੀ ਮਾਤਰਾ ਦੇ ਵਿੱਚ ਫੜਿਆ ਗਿਆ ਫਿਰ ਉਹ ਕ੍ਰਿਮੀਨਲ ਹੈ। ਮਗਰ ਜਿਸ ਕੋਲ ਉਹ ਉਸ ਲਿਮਿਟ ਦੇ ਵਿੱਚ ਵੀ ਨਸ਼ਾ ਮਿਲਿਆ ਤਾਂ ਉਸ ਨੂੰ ਤੁਸੀਂ ਕੀ ਕਰੋਗੇ? ਕੀ ਤੁਹਾਡੇ ਕੋਲ ਕੋਈ ਇਹੋ ਜਿਹਾ ਸਿਸਟਮ ਹੈ ਕਿ ਤੁਸੀਂ ਉਸ ਨੂੰ ਠੀਕ ਕਰ ਸਕਦੇ ਹੋ? ਸਰਕਾਰ ਨੇ ਜੋ ਇਹਦੇ ਬਾਰੇ ਦੱਸਿਆ ਉਹ ਇਹ ਹੈ ਕਿ ਉਹਨਾਂ ਨੇ ਇੱਕ ਬਕਾਇਦਾ ਸਟਾਫ ਹਾਇਰ ਕੀਤਾ ਜੋ ਇਹਨਾਂ ਦੀ ਮਦਦ ਕਰੇਗਾ। ਜੇ ਪੁਲਿਸ ਦੇ ਹੱਥ ਕੋਈ ਇਹੋ ਜਿਹਾ ਬੰਦਾ ਆਉਂਦਾ ਜਿਹਦੇ ਕੋਲੇ ਨਿਰਧਾਰਿਤ ਮਾਤਰਾ ਦੇ ਵਿੱਚ ਨਸ਼ਾ ਹੈ ਤੇ ਉਹਦੀ ਉਮਰ 18 ਸਾਲ ਤੋਂ ਉੱਪਰ ਹੈ, ਤਾਂ ਉਹਦੀ ਪਹਿਲਾਂ ਤਾਂ ਕਾਉਂਸਲਿੰਗ ਕਰਨਗੇ, ਫਿਰ ਉਹਦਾ ਤਾਲਮੇਲ ਕਰਾਉਣਗੇ ਦੂਸਰੀ ਟੀਮ ਦੇ ਨਾਲ, ਜਿਹੜੀ ਹਰ ਇੱਕ ਹੈਲਥ ਫੈਸਿਲਿਟੀ ਦੇ ਵਿੱਚ ਉਹਨਾਂ ਨੇ ਉਪਲਬਧ ਕਰਾਉਣ ਦੀ ਗੱਲ ਕਹੀ ਹੈ। ਉੱਥੇ ਸਬਸਟਾਂਸ ਯੂਜ਼ ਨੈਵੀਗੇਟਰਸ ਹੋਣਗੇ ਜਿਨ੍ਹਾਂ ਨਾਲ ਉਹ ਫੋਨ ਤੇ ਗੱਲ ਕਰ ਸਕਦੇ ਆ, ਜਿੱਥੋਂ ਉਹਨਾਂ ਦੀ ਕਾਉਂਸਲਿੰਗ ਹੋ ਸਕਦੀ ਹੈ। ਉਹਨਾਂ ਦੀ ਹਰ ਇੱਕ ਤਰੀਕੇ ਨਾਲ ਇਸ ਤਰ੍ਹਾਂ ਸਹਾਇਤਾ ਕੀਤੀ ਜਾਏਗੀ ਕਿ ਜੇ ਤੁਸੀਂ ਇਹਦੇ ਤੋਂ ਬਾਹਰ ਆਉਣਾ ਚਾਹੁੰਦੇ ਹੋ ਤਾਂ ਤੁਹਾਡੀ ਸਹਾਇਤਾ ਕਰਨ ਲਈ ਆਹ ਸੈਟਅਪ ਸਾਡੇ ਕੋਲੇ ਤਿਆਰ ਹੈ, ਜੋ ਗਵਰਨਮੈਂਟ ਨੇ ਕਿਹਾ। ਬਿਲਕੁਲ। ਸੋ ਇਹ ਹੁਣ ਗਵਰਨਮੈਂਟ ਦਾ ਇਹ ਪਲਾਨ ਹੈ, ਇਹ ਹੁਣ ਕਿੰਨਾ ਕੁ ਸਕਸੈਸਫੁਲ ਹੁੰਦਾ। ਸਕਸੈਸ ਇਹਦੀ ਇਸ ਗੱਲ ਦੇ ਉੱਤੇ ਨਿਰਭਰ ਕਰਦੀ ਹੈ ਕਿ ਜਿਹੜੇ ਬੰਦੇ ਨਸ਼ੇ ਕਰਨ ਲੱਗੇ ਹੋਏ ਨੇ, ਜਿਹੜੇ ਲੋਕ ਨਸ਼ੇ ਵਰਤ ਰਹੇ ਨੇ, ਜਿਨ੍ਹਾਂ ਨੂੰ ਨਸ਼ੇ ਦੀ ਆਦਤ ਪੈ ਗਈ ਹੈ, ਕੀ ਉਹਨਾਂ ਦਾ ਜਿਹੜਾ ਬਾਕੀ ਪਲਾਨ ਹੈ ਜੋ ਇਸ ਪਾਇਲਟ ਪ੍ਰੋਜੈਕਟ ਦਾ ਹਿੱਸਾ, ਉਹ ਕਿੰਨਾ ਕੁ ਸਕਸੈਸਫੁਲ ਹੁੰਦਾ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਲਿਜਾਣ 'ਚ। ਇਹਦੇ ਵਿੱਚ ਜਿਹੜੇ ਕੈਰੋਲਿਨ ਬੈਨੇਟ ਫੈਡਰਲ ਮੈਂਟਲ ਹੈਲਥ ਐਂਡ ਐਡਿਕਸ਼ਨਸ ਮਿਨਿਸਟਰ ਨੇ, ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਇਹ ਸਾਡਾ ਅਲਟੀਮੇਟ ਟੂਲ ਨਹੀਂ ਹੈ, ਇਹ ਸਾਡਾ ਇੱਕ ਪ੍ਰੀਲਿਮਿਨਰੀ ਟੂਲ ਹੈ ਜਿਹਦੇ ਨਾਲ ਅਸੀਂ ਇਸ ਸਮੱਸਿਆ ਦਾ ਹੱਲ ਕਰਨਾ ਹੈ। ਇਹ ਸਾਡਾ ਪਹਿਲਾ ਟੂਲ ਹੈ, ਕਿਉਂਕਿ ਦੇਖੋ ਨਾ ਸ਼ਮੀਲ ਜੀ, ਬਹੁਤ ਜ਼ਰੂਰੀ ਹੈ ਜਿਹੜਾ ਬਿਮਾਰ ਹੈ ਪਹਿਲਾਂ ਹਸਪਤਾਲ ਤੱਕ ਪਹੁੰਚੇ, ਫਿਰ ਹੀ ਉਹਦਾ ਇਲਾਜ ਹੋ ਸਕਦਾ ਹੈ।
ਹੁਣ ਤੱਕ ਦੇ ਸਿਸਟਮ 'ਚ ਕੀ ਸੀਗਾ ਕਿ ਜੇ ਕੋਈ ਇਨਸਾਨ ਨਸ਼ੇ ਦਾ ਆਦੀ ਹੈ, ਉਹ ਪੁਲਿਸ ਦੇ ਕੋਲੇ ਜਾਂ ਡਾਕਟਰ ਦੇ ਕੋਲੇ ਜਾਣੋਂ ਪਹਿਲਾਂ ਇਸੇ ਗੱਲੋਂ ਡਰਦਾ ਸੀ ਕਿ ਜੇ ਮੈਂ ਗਿਆ, ਮੇਰੀ ਚੈਕਿੰਗ ਹੋਈ ਜਾਂ ਮੇਰੇ ਕਿਸੇ ਘਰ ਦੀ ਚੈਕਿੰਗ ਹੋਈ, ਮੈਨੂੰ ਜੇਲ੍ਹ ਕਰ ਦੇਣਗੇ, ਮੈਂ ਫਸ ਜਾਊਂਗਾ, ਮੇਰੇ ਤੇ ਕੇਸ ਹੋਊਗਾ, ਮੇਰੇ ਤੇ ਚਾਰजेस ਲੱਗਣਗੇ। ਉਹਨਾਂ ਨੇ ਪਹਿਲੀ ਉਹ ਪਰਤ ਹਟਾਈ ਹੈ। ਉਹ ਕਹਿੰਦੇ ਵੀ ਐਟਲੀਸਟ ਜੋ ਬੰਦਾ ਪੀੜਤ ਹੈ ਉਹ ਸਾਡੇ ਤੱਕ ਆਵੇ ਤਾਂ ਸਹੀ, ਫੇਰ ਹੀ ਅਸੀਂ ਉਹਦਾ ਇਲਾਜ ਕਰਾਂਗੇ। ਤਾਂ ਉਹਨਾਂ ਨੇ ਬੜੇ ਸਾਫ਼ ਸ਼ਬਦਾਂ 'ਚ ਇਹ ਗੱਲ ਕਹੀ ਹੈ ਕਿ ਇਹਨੂੰ ਅਲਟੀਮੇਟ ਸਟੈਪ ਨਾ ਸਮਝਿਆ ਜਾਵੇ, ਇਹ ਇੱਕ ਪ੍ਰੋਸੈਸ ਦਾ ਪਹਿਲਾ ਸਟੈਪ ਹੈ, ਇਹ ਪਹਿਲਾ ਕਦਮ ਹੈ। ਬਿਲਕੁਲ। ਔਰ ਇਹਦਾ ਮੇਰੇ ਖਿਆਲ ਮੇਨ ਜਿਹੜਾ ਪਰਪਸ ਹੈ ਇਹਦੇ ਪਿੱਛੇ, ਇੱਕ ਤੇ BC ਦੇ ਵਿੱਚ ਓਵਰਡੋਜ਼ ਦੀਆਂ ਡੈਥਸ ਬਹੁਤ ਹੋ ਚੁੱਕੀਆਂ, ਬਹੁਤ ਜ਼ਿਆਦਾ ਉਹ ਪ੍ਰੋਬਲਮ ਵਧੀ ਹੋਈ ਹੈ। ਸੋ ਇੱਕ ਤਾਂ ਉਹਦੇ ਨਾਲ ਡੀਲ ਕਰਨਾ ਚਾਹੁੰਦੇ ਨੇ ਜੀ, ਤੇ ਦੂਸਰਾ ਜਿਹੜਾ ਡਰੱਗ ਨਾਲ ਡੀਲ ਕਰਨ ਲਈ ਜਿਹੜਾ ਲਾਅ ਐਂਡ ਆਰਡਰ ਦੀਆਂ ਏਜੰਸੀਜ਼ ਨੇ, ਪੁਲਿਸ ਹੈ ਜਾਂ ਲੀਗਲ ਸਿਸਟਮ ਹੈ, ਉਸ ਦੇ ਉੱਤੇ ਬਹੁਤ ਵੱਡਾ ਬਰਡਨ ਪੈ ਰਿਹਾ, ਬਹੁਤ ਵੱਡਾ ਬੋਝ ਹੈ। ਤੇ ਉਸ ਬਰਡਨ ਨੂੰ ਘਟਾਉਣ ਵਾਸਤੇ ਵੀ ਇਹ ਸਾਰਾ ਕੁਝ ਕੀਤਾ ਜਾ ਰਿਹਾ, ਕਿਉਂਕਿ ਇੱਕ ਆਈਡੀਆ ਇਹ ਹੈ ਕਿ ਜਿਹੜਾ ਇੰਨਾ ਪੈਸਾ ਜੀ ਡਰੱਗ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਲੱਗ ਰਿਹਾ, ਪੁਲਿਸ ਰਿਸੋਰਸਿਸ ਲੱਗ ਰਹੇ ਨੇ, ਅਦਾਲਤਾਂ ਦਾ ਪੈਸਾ ਖਰਚ ਹੋ ਰਿਹਾ, ਉਹ ਪੈਸਾ ਤੁਸੀਂ ਉਹਨਾਂ ਦੇ ਇਲਾਜ ਵਾਸਤੇ ਵਰਤੋਂ, ਉਹਨਾਂ ਨੂੰ ਦੁਬਾਰਾ ਜਿਹੜੀ ਨਾਰਮਲ ਜ਼ਿੰਦਗੀ 'ਚ ਵਾਪਸ ਲਿਆਉਣ ਵਾਸਤੇ ਵਰਤੋਂ, ਜਿਹੜੇ ਉਹਨਾਂ ਦੇ ਰੀਹੈਬ ਪ੍ਰੋਗਰਾਮ ਨੇ ਉਹਨਾਂ ਤੇ ਖਰਚੋ। ਸੋ ਇਸ ਕਿਸਮ ਦੇ ਆਈਡੀਆਜ਼ ਨੇ ਜਿਨ੍ਹਾਂ ਪਿੱਛੇ ਜਿਹੜੇ ਇਹਦੇ ਪਿੱਛੇ ਕੰਮ ਕਰ ਰਹੇ ਨੇ। ਔਰ ਮੇਰੇ ਖਿਆਲ ਹੈ ਕੈਨੇਡਾ ਕੋਈ ਪਹਿਲਾ ਮੁਲਕ ਨਹੀਂ ਹੈ ਜਿੱਥੇ ਇਹ ਤਜਰਬਾ ਹੋਇਆ, ਯੂਰਪ ਦੇ ਕਈ ਮੁਲਕਾਂ 'ਚ ਪਹਿਲਾਂ ਹੋ ਚੁੱਕਿਆ। ਬਿਲਕੁਲ। ਤੇ ਉੱਥੇ ਮੰਨਿਆ ਜਾਂਦਾ ਹੈ ਕਿ ਉੱਥੇ ਸਬਸਟਾਂਸ ਯੂਜ਼ ਦੇ ਜਾਂ ਓਵਰਡੋਜ਼ ਦੇ ਜਿਹੜੇ ਕੇਸਿਸ ਆ ਉਹ ਬਹੁਤ ਮਾਈਨਿਊਟ ਲੈਵਲ ਤੇ, ਬਹੁਤ ਲੋਅਰ ਲੈਵਲ ਤੇ ਨੇ, ਉਹਨਾਂ ਦੀ ਮਾਤਰਾ ਇੰਨੀ ਜ਼ਿਆਦਾ ਨਹੀਂ ਹੈ। ਜਿਵੇਂ ਤੁਸੀਂ ਪਹਿਲਾਂ ਕਿਹਾ ਕਿ BC ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਇਆ। ਮੈਂ ਇੱਕ ਗਵਰਨਮੈਂਟ ਦੀ ਰਿਪੋਰਟ ਦੇ ਵਿੱਚ ਹੀ ਪੜ੍ਹਿਆ ਹੈ ਜਿਹਦੇ ਵਿੱਚ ਕਿ ਉਹਨਾਂ ਨੇ ਦੱਸਿਆ ਕਿ ਵੈਨਕੂਵਰ ਡਾਊਨਟਾਊਨ ਦੇ ਵਿੱਚ ਨਸ਼ਿਆਂ ਦਾ ਜਿਹੜਾ ਪਸਾਰਾ ਹੈਗਾ ਉਹ ਸਾਰੇ ਮੰਨਦੇ ਆ, ਸਾਰੀਆਂ ਅਥਾਰਟੀਜ਼ ਮੰਨਦੀਆਂ, ਪੁਲਿਸ ਮੰਨਦੀ ਹੈ, ਪੋਲੀਟੀਸ਼ੀਅਨਸ ਮੰਨਦੇ ਆ ਕਿ ਉੱਥੇ ਦਾ ਬਹੁਤ ਜ਼ਿਆਦਾ ਪਸਾਰਾ ਹੈ, ਬਹੁਤ ਜ਼ਿਆਦਾ ਮਾਰ ਹੈ ਇਸ ਚੀਜ਼ ਦੀ। ਲੇਕਿਨ ਹੁਣ ਕੰਸਰਨ ਇਹ ਬਣ ਗਿਆ ਸੀ ਕਿ ਇਹ ਦੂਰ ਦਰਾਡੇ ਪੇਂਡੂ ਖੇਤਰਾਂ ਤੱਕ ਇਹਦੀ ਮਾਰ ਹੋਣ ਲੱਗ ਪਈ ਸੀ ਤੇ ਬੜੇ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਮਰੇ ਹੋਏ ਪਾਏ ਗਏ। ਉਹਨਾਂ ਨੂੰ ਸਹਾਇਤਾ ਦੀ ਲੋੜ ਸੀ, ਉਹ ਪਹੁੰਚ ਹੀ ਨਹੀਂ ਕਰ ਸਕੇ, ਉਹਨਾਂ ਵਾਸਤੇ ਕੋਈ ਸੈਟਅਪ ਹੀ ਹੈ ਨਹੀਂ ਸੀਗਾ, ਉਹਨਾਂ ਵਾਸਤੇ ਕੋਈ ਸਿਸਟਮ ਹੀ ਹੈ ਨਹੀਂ ਸੀਗਾ ਜਿਹਦੇ ਰਾਹੀਂ ਲੰਘ ਕੇ ਉਹ ਇਸ ਦਲਦਲ ਚੋਂ ਬਾਹਰ ਆ। ਦੇਖੋ ਆਰਗੂਮੈਂਟ ਤੇ ਵੈਸੇ ਆਰਗੂਮੈਂਟ ਆਪਣੇ ਆਪ 'ਚ ਵੈਲਿਡ ਆਰਗੂਮੈਂਟ ਹੈ ਕਿ ਜਿਹੜਾ ਬੰਦਾ ਨਸ਼ੇ ਦਾ ਸ਼ਿਕਾਰ ਹੋ ਚੁੱਕਿਆ ਉਹ ਇੱਕ ਬਿਮਾਰ ਆਦਮੀ ਹੈ। ਬਿਲਕੁਲ। ਤੇ ਜਿਵੇਂ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ, ਜੇ ਕੋਈ ਬੰਦਾ ਬਿਮਾਰ ਹੋ ਜਾਏ, ਮੰਨਿਆ ਕਿਸੇ ਨੂੰ ਕੋਵਿਡ ਹੋਇਆ ਜਾਂ ਕੁਝ ਵੀ ਹੋਇਆ, ਜੇ ਉਹਦੇ ਮਨ 'ਚ ਇਹ ਵੀ ਡਰ ਹੋਏ ਕਿ ਮੈਨੂੰ ਕੋਵਿਡ ਹੋਣ ਕਰਕੇ ਮੈਨੂੰ ਚਾਰਜ ਕੀਤਾ ਜਾਏਗਾ ਜਾਂ ਮੈਨੂੰ ਕੋਈ ਹੋਰ ਰੋਗ ਲੱਗਿਆ ਉਹਦੇ ਕਰਕੇ ਮੈਨੂੰ ਚਾਰਜ ਕੀਤਾ ਜਾਏਗਾ, ਮੈਂ ਜੇਲ੍ਹ ਜਾ ਸਕਦਾ, ਫਿਰ ਉਹ ਦਵਾਈ ਨਹੀਂ ਲੈਣ ਜਾਏਗਾ, ਕਿੰਨਾ ਕੁ ਨੂੰ ਹੈਲਪ ਕਰੇਗਾ ਠੀਕ ਹੋਣ 'ਚ। ਬਿਲਕੁਲ। ਤੁਸੀਂ ਇਹਦੀ ਜਿਹੜੀ ਸੀਰੀਅਸਨੈਸ ਹੈ ਇਸ ਮੈਟਰ ਦੀ ਤੁਸੀਂ ਇੱਥੋਂ ਸਮਝ ਸਕਦੇ ਹੋ ਵੀ ਅਪ੍ਰੈਲ 2016 ਤੋਂ ਲੈ ਕੇ ਹੁਣ ਤੱਕ ਓਵਰਡੋਜ਼ ਦੇ ਕਾਰਨ ਜਾਂ ਅਜਿਹੇ ਸਥਿਤੀ ਦੇ ਕਾਰਨ ਇਹ ਗਵਰਨਮੈਂਟ ਦੇ ਅੰਕੜੇ ਆ ਕਿ 14,000 ਦੇ ਕਰੀਬ ਜਾਨਾਂ ਗਵਾਈਆਂ ਜਾ ਚੁੱਕੀਆਂ। ਬਿਲਕੁਲ। ਤੇ ਇਹਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ ਤੇ ਉਦੋਂ ਤੋਂ ਹੀ ਇਸ ਤਰ੍ਹਾਂ ਦੀਆਂ ਮੰਗਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੀ ਕਿ ਇਹਦਾ ਕੁਝ ਨਾ ਕੁਝ ਕੀਤਾ ਜਾਵੇ। ਪਰ ਜਤਿੰਦਰ ਜੀ, ਹੁਣ ਸਵਾਲ ਇਹ ਵੀ ਉੱਠਣਾ ਕੁਦਰਤੀ ਆ ਕਿਉਂਕਿ ਇਹ ਤਾਂ ਇੱਕ ਸਟੈਪ ਹੈ। ਜੇ ਆਪਾਂ ਹੁਣ ਇਹ ਆਰਗੂਮੈਂਟਸ ਮੰਨ ਲੈਂਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਵੀ ਨਸ਼ੇ ਬਾਰੇ ਜਿਹੜੀ ਹੁਣ ਤੱਕ ਦੀ ਟੋਟਲ ਅਪਰੋਚ ਹੈ ਜੀ ਉਹ ਸਾਨੂੰ ਬਦਲਣੀ ਪਏਗੀ। ਅਸੀਂ ਇਸ ਦਾ ਇਲਾਜ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਉਹ ਤਾਂ ਹੀ ਕਰ ਸਕਾਂਗੇ ਜੇ ਅਸੀਂ ਕਿਸੇ ਪੀੜਤ ਨੂੰ ਇੱਕ ਹੀਣ ਭਾਵਨਾ ਦੇ ਨਾਲ ਨਾ ਦੇਖਦੇ ਹੋਏ ਇੱਕ ਸਿੰਪਥੈਟਿਕ ਨਜ਼ਰੀਏ ਨਾਲ ਵੇਖੀਏ। ਜੇ ਅਸੀਂ ਇਸ ਤਰੀਕੇ ਨਾਲ ਦੇਖੀਏ ਕਿ ਇਹਨਾਂ ਨੂੰ ਮਦਦ ਦੀ ਲੋੜ ਹੈ, ਇਹਨਾਂ ਨੂੰ ਹੈਲਪ ਦੀ ਲੋੜ ਹੈ, ਤੇ ਉਹਨਾਂ ਦੇ ਵਿੱਚ ਇਹ ਵਿਸ਼ਵਾਸ ਜਗਾ ਸਕੀਏ ਕਿ ਜੇ ਤੁਸੀਂ ਮਦਦ ਮੰਗਣ ਆਓਗੇ ਤਾਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਅਪਰਾਧੀ, ਕਲੰਕਤ ਜਾਂ ਸਟਿਗਮੈਟਾਈਜ਼ ਨਹੀਂ ਕੀਤਾ ਜਾਏਗਾ, ਤੁਹਾਡੀ ਹੈਲਪ ਕੀਤੀ ਜਾਏਗੀ, ਇੱਕ ਸਿਸਟਮ ਇਨ ਪਲੇਸ ਹੋਵੇਗਾ ਤਾਂ ਜ਼ਰੂਰ ਇਸ ਸਮੱਸਿਆ ਦਾ ਹੱਲ ਨਿਕਲਣ ਦੇ ਆਸਾਰ ਦਿਖਦੇ। ਪਰ ਨਾਲ ਇੱਕ ਸਵਾਲ ਹੁਣ ਇਹ ਵੀ ਬਚਿਆ ਰਹੇਗਾ ਕਿ ਜਿਹੜੇ ਲੋਕ ਡਰੱਗ ਵੇਚਣ ਦਾ ਧੰਦਾ ਕਰਦੇ ਨੇ ਜੀ, ਉਹ ਬੜਾ ਵੱਡਾ ਬਿਲੀਅਨ ਆਫ ਡਾਲਰ ਦਾ ਕਾਰੋਬਾਰ ਹੈ। ਬਿਲਕੁਲ। ਉਹ ਵੀ ਆਪਣੇ ਬਿਜ਼ਨਸ ਨੂੰ ਚੱਲਦਾ ਰੱਖਣ ਲਈ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਨਵੇਂ ਲੋਕਾਂ ਨੂੰ ਇਹਦੀ ਲਪੇਟ 'ਚ ਲੈ ਕੇ ਆਉਂਦੇ ਜੀ। ਹੁਣ ਉਹਨਾਂ ਨੂੰ ਕਿਵੇਂ ਰੋਕਣਾ, ਇਹ ਬੜਾ ਵੱਡਾ ਸਵਾਲ ਹੈ। ਇਹਨੂੰ ਇਸ ਨਾਲ ਡੀਲ ਕਰਨ 'ਚ ਅਜੇ ਤੱਕ ਦੁਨੀਆ ਭਰ ਦੀਆਂ ਏਜੰਸੀਜ਼ ਕਾਮਯਾਬ ਨਹੀਂ ਹੋਈਆਂ। ਬਿਲਕੁਲ। ਤੁਸੀਂ ਇਲਾਜ ਕਰ ਸਕਦੇ ਹੋ ਜਿਹੜਾ ਇਸ ਵੇਲੇ ਐਡਿਕਟ ਹੋ ਚੁੱਕਿਆ, ਜਿਹੜਾ ਨਸ਼ਿਆਂ ਦੀ ਗ੍ਰਿਫਤ 'ਚ ਆ ਚੁੱਕਿਆ, ਪਰ ਜਿਹੜੇ ਨਵੇਂ ਬਣ ਰਹੇ ਨੇ, ਜਿਹੜੀ ਅਗਲੀ ਜਨਰੇਸ਼ਨ ਇਸ 'ਚ ਲਪੇਟੀ ਜਾ ਰਹੀ ਹੈ, ਉਹਨਾਂ ਨਾਲ ਕਿਵੇਂ ਡੀਲ ਕਰਨਾ, ਉਹ ਇੱਕ ਬੜਾ ਵੱਡਾ ਸਵਾਲ ਹੈ। ਉਹਦਾ ਆਨਸਰ ਅਜੇ ਵੀ ਇਸ ਕਦਮ 'ਚ ਵੀ ਨਹੀਂ ਹੈ। ਵੈਸੇ ਜਿਵੇਂ ਹੈਲਥ ਜਿਹੜੇ ਫੈਡਰਲ ਮਿਨਿਸਟਰ ਕਹਿ ਰਹੇ ਨੇ ਕਿ ਜਸਟ ਇੱਕ ਟੂਲ ਹੈ, ਉਹ ਇੱਕ ਟੂਲ ਇਸੇ ਸੈਂਸ 'ਚ ਹੈ ਕਿ ਜਿਹੜੇ ਇਸ ਵੇਲੇ ਇਹਦੀ ਲਪੇਟ 'ਚ ਆ ਚੁੱਕੇ ਨੇ, ਇਹ ਉਹਨਾਂ ਨਾਲ ਡੀਲ ਕਰਨ ਦੀ ਸਟ੍ਰੈਟਜੀ ਕਿਵੇਂ ਕੱਢਣਾ। ਪਰ ਜਿਹੜੇ ਨਵੇਂ ਨਸ਼ਿਆਂ 'ਚ ਆ ਰਹੇ ਨੇ,
ਉਹਨਾਂ ਬਾਰੇ ਜਿਹੜਾ ਹੈ ਹਾਲੇ ਸਾਡੇ ਕੋਲ ਕੋਈ ਸੋਲੂਸ਼ਨ ਨਹੀਂ। ਔਰ ਜੀ ਦੂਸਰਾ ਜਿਹੜਾ ਇੱਕ ਸਵਾਲ ਵੀ ਉੱਠ ਰਿਹਾ ਕਿ ਜੇ ਡਰ ਨਹੀਂ ਹੋਊਗਾ ਨਸ਼ੇ ਕਰਨ ਦਾ, ਤਾਂ ਕੀ ਜਿਹੜੇ ਨਵੇਂ ਆਉਣ ਵਾਲੇ ਨੇ ਕੀ ਅਸੀਂ ਉਹਨਾਂ ਨੂੰ ਰੋਕ ਸਕਾਂਗੇ? ਇਹ ਵੀ ਇੱਕ ਸਵਾਲ ਲੋਕ ਉਠਾ ਰਹੇ ਨੇ, ਕਿਉਂਕਿ ਹਿਊਮਨ ਮਾਈਂਡ ਹੈ ਉਹ ਥੋੜਾ ਡਰ ਨਾਲ ਕੰਮ ਕਰਦਾ। ਜੇ ਉਹਦੇ ਸਿਰ ਦੇ ਉੱਤੇ ਉਹਨੂੰ ਡਰ ਨਾ ਹੋਏ ਤਾਂ ਉਹ ਬੜਾ ਆਸਾਨੀ ਨਾਲ ਉਸ ਟ੍ਰੈਪ 'ਚ ਫਸ ਜਾਂਦਾ। ਪਰ ਸ਼ਮੀਲ ਜੀ, ਇੱਥੇ ਮੇਰਾ ਟੇਕ ਇਹ ਹੈ ਕਿ ਹੁਣ ਤੱਕ ਡਰ ਸੀ, ਹੁਣ ਤੱਕ ਡਰ ਬਣਿਆ ਹੋਇਆ ਸੀ, ਇੱਕ ਕਾਨੂੰਨ ਸੀ, ਸਜ਼ਾ ਦਾ ਕਾਨੂੰਨ ਸੀ, ਪਰ ਫਿਰ ਵੀ ਇਹ ਇੱਕ ਪਬਲਿਕ ਹੈਲਥ ਐਮਰਜੈਂਸੀ ਬਣੀ। ਬਿਲਕੁਲ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜਿਹਨੇ ਫਸਣਾ ਸੀ ਉਹ ਪਹਿਲਾਂ ਵੀ ਫਸਿਆ, ਉਹ ਹੁਣ ਵੀ ਫਸੇਗਾ, ਲੇਕਿਨ ਹੁਣ ਘੱਟੋ ਘੱਟ ਨਿਕਲਣ ਵਾਸਤੇ ਇੱਕ ਰਾਹ ਜ਼ਰੂਰ ਦਿੰਦਾ। ਇੱਕ ਰਾਹ ਹੋ ਗਿਆ ਉਹਨਾਂ ਵਾਸਤੇ ਜਿਹੜੇ ਦੀ ਲਪੇਟ 'ਚ ਆ ਚੁੱਕੇ ਨੇ, ਪਰ ਕਦਮ ਇਸ ਤੋਂ ਬਿਨਾਂ ਹੋਰ ਉਠਾਉਣੇ ਪੈਣਗੇ, ਬਹੁਤ ਜ਼ਰੂਰੀ ਨੇ। ਜਿਹਦੇ 'ਚ ਪਹਿਲੀ ਗੱਲ ਤੇ ਹੈ ਕਿ ਅਵੇਅਰਨੈਸ ਦਾ ਲੈਵਲ, ਜਿਵੇਂ ਇਹ ਮੰਨਿਆ ਗਿਆ ਸੀਗਾ ਕਿ ਟੋਬੈਕੋ ਜਦੋਂ ਦਾ ਇਹਦੇ ਬਾਰੇ ਬਹੁਤ ਤਰ੍ਹਾਂ ਦੀ ਅਵੇਅਰਨੈਸ ਪੈਦਾ ਕੀਤੀ ਗਈ ਹੈ, ਦੁਨੀਆ ਭਰ 'ਚ ਇਹਦੀ ਕੰਜ਼ੰਪਸ਼ਨ ਘਟੀ ਹੈ ਜੀ। ਅਵੇਅਰਨੈਸ ਨਾਲ ਜਿਹੜੀ ਤੰਬਾਕੂ ਦੀ, ਸਿਗਰਟ ਨੋਸ਼ੀ ਦੀ ਆਦਤ ਘਟੀ ਹੈ ਜੀ। ਇਸੇ ਤਰ੍ਹਾਂ ਜਿਹੜੇ ਬਾਕੀ ਨਸ਼ੇ ਵੀ ਨੇ ਇਹ ਵੀ ਅਵੇਅਰਨੈਸ ਨਾਲ ਘਟ ਸਕਦੇ ਨੇ, ਖਾਸ ਕਰਕੇ ਜਦੋਂ ਹੈਲਥ ਦੇ ਪੱਖ ਤੋਂ ਇਹਨਾਂ ਦੇ ਜਿਹੜੇ ਕਨਸੀਕੁਐਂਸਸ ਨੇ ਉਹ ਲੋਕਾਂ ਦੇ ਸਾਹਮਣੇ ਰੱਖੇ ਜਾਣ। ਸੋ ਇਹ ਇੱਕ ਉਮੀਦ ਹੈ, ਪਰ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਹੈ ਬੜੀ ਕੰਪਲਿਕੇਟਡ ਲੜਾਈ ਹੈ ਔਰ ਇਹ ਬੜੀ ਵੱਡੀ ਲੜਾਈ ਹੈ। ਇਹਦੇ ਵਿੱਚ ਜਾਂਦੇ ਜਾਂਦੇ ਇੱਕ ਚੀਜ਼ ਮੈਂ ਇਹ ਐਡ ਕਰਦਾ, ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਯੂਰਪ ਦੇ ਜਿਹੜੇ ਦੇਸ਼ ਹੈਗੇ ਆ, ਚੈਕੀਆ, ਨੈਦਰਲੈਂਡਸ, ਪੁਰਤਗਾਲ ਤੇ ਸਵਿਟਜ਼ਰਲੈਂਡ, ਇੱਥੇ ਇਹ ਨਸ਼ੇ ਡੀਕ੍ਰਿਮੀਨਲਾਈਜ਼ ਹੈ ਤੇ ਇਹਨਾਂ ਹੀ ਥਾਵਾਂ ਦੇ ਉੱਤੇ ਜਿਹੜੀ ਹੈਗੀ ਹੈ ਉਹ ਇੰਜੈਕਟਡ ਡਰੱਗਸ ਦੀ ਜਿਹੜੀ ਦਰ ਹੈਗੀ ਆ ਉਹ ਬਹੁਤ ਲੋ ਹੈ। ਪਰ ਨਾਲ ਇੱਕ ਚੀਜ਼ ਹੋਰ ਵੀ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਰੀਹੈਬ ਪ੍ਰੋਗਰਾਮ ਨੇ ਜੀ, ਜਿਹੜੇ ਐਡਿਕਸ਼ਨ ਨੂੰ ਹਟਾਉਣ ਵਾਲੇ ਪ੍ਰੋਗਰਾਮ ਨੇ, ਉਹਨਾਂ ਦਾ ਸਕਸੈਸ ਰੇਟ ਵੀ ਕੋਈ ਬਹੁਤ ਗ੍ਰੇਟ ਨਹੀਂ ਹੈ ਦੁਨੀਆ ਭਰ 'ਚ ਜੀ। ਕੋਈ ਮਤਲਬ ਜਿਹੜਾ ਇੱਕ ਵਾਰ ਇਹਦੀ ਗ੍ਰਿਫਤ 'ਚ ਆ ਗਿਆ, ਇਹਦੇ 'ਚੋਂ ਨਿਕਲਣ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਬਹੁਤ ਜ਼ਿਆਦਾ ਨਹੀਂ ਹੁੰਦੀਆਂ। ਸੋ ਇਸ ਕਰਕੇ ਨਸ਼ਿਆਂ ਦੇ ਖਿਲਾਫ ਲੜਾਈ ਵਾਸਤੇ ਇਹ ਭਾਵੇਂ ਇੱਕ ਇੰਪੋਰਟੈਂਟ ਕਦਮ ਹੈ, ਔਰ ਇਹਦੀ ਸਕਸੈਸ ਜਿਹੜੀ, ਇਹਦੀ ਕਾਮਯਾਬੀ ਤੇ ਜਦੋਂ ਡੇਟਾ ਆਏਗਾ 3 ਸਾਲਾਂ ਬਾਅਦ ਉਦੋਂ ਪਤਾ ਲੱਗੇਗਾ, ਪਰ ਇਸ ਨੂੰ ਇੱਕ ਕਦਮ ਦੇ ਤੌਰ ਤੇ ਲਿਆ ਜਾਣਾ ਚਾਹੀਦਾ ਹੈ। ਅਸੀਂ ਇਸ ਨੂੰ ਕੋਈ ਫਾਈਨਲ ਜਵਾਬ ਇਹਦਾ ਨਹੀਂ ਹੈ, ਪਰ ਜਿੱਥੋਂ ਗੱਲ ਸਾਡੀ ਸ਼ੁਰੂ ਹੋਈ ਸੀ ਕਿ ਕੀ ਨਸ਼ਿਆਂ ਦੀ ਕੈਨੇਡਾ 'ਚ ਹੁਣ ਖੁੱਲ੍ਹ ਹੋ ਗਈ ਹੈ, ਉਸ ਦਾ ਜਵਾਬ ਮੇਰਾ ਖਿਆਲ ਹੈ ਇੰਨਾ ਕਿ ਇੰਨੀ ਗੱਲ ਸਿੱਧੀ ਨਹੀਂ ਹੈ ਜੀ। ਤੇ ਇਸੇ ਖਬਰ ਨੂੰ ਹੁਣ ਤੁਸੀਂ ਦੋਵੇਂ ਤਰੀਕੇ ਨਾਲ ਦੇਖ ਸਕਦੇ ਹੋ ਕਿ ਇਹ ਨਸ਼ਿਆਂ ਦੀ ਖੁੱਲ੍ਹ ਵੀ ਹੈ, ਪਰ ਇਹ ਖੁੱਲ੍ਹ ਉਸ ਤਰ੍ਹਾਂ ਦੀ ਖੁੱਲ੍ਹ ਨਹੀਂ ਹੈ ਕਿ ਜਿਵੇਂ ਆਮ ਸੋਸ਼ਲ ਮੀਡੀਆ ਤੇ ਇੰਟਰਪ੍ਰੇਟ ਕੀਤਾ ਜਾ ਰਿਹਾ ਕਿ ਕੋਈ ਪਾਬੰਦੀ ਨਹੀਂ ਹੈ ਤੇ ਕੈਨੇਡਾ 'ਚ ਤੁਸੀਂ ਆਓ ਤੇ ਕੋਈ ਵੀ ਨਸ਼ਾ ਲੈ ਸਕਦੇ ਹੋ। ਇਹ ਉਸ ਤਰ੍ਹਾਂ ਦੀ ਖੁੱਲ੍ਹ ਨਹੀਂ ਹੈ, ਇਹ ਇੱਕ ਪ੍ਰੋਗਰਾਮ ਹੈ ਜਿਸ ਨੂੰ ਮਿਸ ਇੰਟਰਪ੍ਰੇਟ ਕੀਤਾ ਜਾ ਰਿਹਾ। ਬਿਲਕੁਲ। ਸੋ ਮੇਰਾ ਖਿਆਲ ਹੈ ਇਹਦੇ ਨਾਲ ਹੀ ਸਾਡੀ ਗੱਲਬਾਤ ਇੱਥੇ ਖਤਮ ਹੁੰਦੀ ਹੈ। ਤੇ ਇਹ ਇੱਕ ਪ੍ਰੋਜੈਕਟ ਹੈ, ਇੱਕ ਪਾਇਲਟ ਪ੍ਰੋਜੈਕਟ ਹੈ, ਤੇ ਇੱਕ ਸੂਬੇ 'ਚ ਸ਼ੁਰੂ ਕੀਤਾ ਗਿਆ, ਦੂਜੇ ਸੂਬੇ ਨੂੰ ਸ਼ੁਰੂ ਕਰਦੇ ਨੇ ਜਾਂ ਨਹੀਂ, ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਲ ਹੈ। ਤੇ ਅਸਲ ਜਿਹੜੇ ਫਾਈਨਲ ਨਤੀਜੇ ਉਦੋਂ ਸਾਹਮਣੇ ਆਉਣਗੇ ਜਦੋਂ ਇਹ ਪਾਇਲਟ ਪ੍ਰੋਜੈਕਟ ਦੀਆਂ ਫਾਈਂਡਿੰਗਸ, ਇਸ ਦੇ ਰਿਜ਼ਲਟ 3 ਸਾਲਾਂ ਬਾਅਦ ਸਾਹਮਣੇ ਆਉਣਗੇ ਕਿ ਨਸ਼ਿਆਂ ਨੂੰ ਘਟਾਉਣ 'ਚ, ਨਸ਼ਿਆਂ ਦਾ ਸ਼ਿਕਾਰ ਲੋਕਾਂ ਨਾਲ ਡੀਲ ਕਰਨ 'ਚ ਇਹ ਸਟ੍ਰੈਟਜੀ ਕਿੰਨੀ ਕੁ ਕਾਮਯਾਬ ਹੁੰਦੀ ਹੈ ਜਾਂ ਨਹੀਂ।